ਕਿਸਾਨੀ ਸੰਘਰਸ਼ ਦੇ ਅਸੀਂ ਪਹੁੰਚੇ ਹਾਂ ਸੰਘੂ ਬਾਰਡਰ 'ਤੇ, ਜਿੱਥੇ ਇੱਕ ਸਾਂਝੀ ਸੱਥ ਬਣਾਈ ਗਈ ਆ ਕਿਸਾਨਾਂ ਵੱਲੋਂ ਗਿਆਨ ਵੰਡਣ ਦੇ ਲਈ। ਇੱਕ ਸਾਂਝੀ ਸੱਥ ਦੇ ਵਿੱਚ ਕਿਤਾਬਾਂ ਰੱਖੀਆਂ ਗਈਆਂ ਨੇ ਬੱਚਿਆਂ ਨੂੰ, ਸਿਆਣਿਆਂ ਨੂੰ, ਬਜ਼ੁਰਗਾਂ ਨੂੰ, ਚਾਹੇ ਕਿਸੇ ਵੀ ਉਮਰ ਦਾ ਵਿਅਕਤੀ ਜਾਂ ਔਰਤ ਇੱਥੇ ਕਿਤਾਬਾਂ ਜਿਹੜੀਆਂ ਪੜ੍ਹ ਸਕਦਾ ਆ ਕੇ। ਇੱਕ ਗਿਆਨ ਵੰਡਣ ਦੀ ਵੱਖਰੀ ਜੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਜੇਕਰ ਸਾਡੇ ਕੋਲ ਗਿਆਨ ਹੋਊਗਾ ਤਾਂ ਅਸੀਂ ਆਉਣ ਵਾਲੇ ਜਿਹੜਾ ਕੋਈ ਵੀ ਸਾਡੇ 'ਤੇ ਸੰਕਟ ਆ ਅਸੀਂ ਉਹਦਾ ਵਿਰੋਧ ਕਰ ਸਕਦੇ ਹਾਂ। ਜੇਕਰ ਸਾਡੇ ਕੋਲ ਗਿਆਨ ਨਹੀਂ ਤਾਂ ਫਿਰ ਅਸੀਂ ਕਿਸੇ ਵੀ ਚੀਜ਼ ਦਾ ਜਾਂ ਕਿਸੇ ਵੀ ਸੰਕਟ ਦਾ ਅਸੀਂ ਵਿਰੋਧ ਨਹੀਂ ਕਰ ਸਕਦੇ। ਇਸੇ ਕਰਕੇ ਹੀ ਤਾਂ ਅੱਜ ਕਿਸਾਨੀ ਜਿਹੜਾ ਸੰਘਰਸ਼ ਚੱਲ ਰਿਹਾ। ਜੇ ਸਾਡੇ ਕਿਸਾਨ ਆਗੂ ਪੜ੍ਹੇ ਲਿਖੇ ਆ, ਉਹਨਾਂ ਕੋਲ ਗਿਆਨ ਸੀਗਾ, ਉਹਨਾਂ ਕੋਲ ਬੋਲਣ ਦਾ ਇੱਕ ਹੁਨਰ ਸੀਗਾ, ਉਹਨਾਂ ਕੋਲ ਹਰੇਕ ਚੀਜ਼ ਦਾ ਜਵਾਬ ਸੀ। ਇਸੇ ਕਰਕੇ ਤਾਂ ਉਹ ਸੰਘਰਸ਼ 'ਤੇ ਡਟੇ ਹੋਏ ਨੇ। ਜੇਕਰ ਸਾਡੇ ਕੋਲ ਗਿਆਨ ਨਾ ਹੁੰਦਾ ਤਾਂ ਅਸੀਂ ਸੰਘਰਸ਼ 'ਤੇ ਇਹ ਨਹੀਂ ਕਰ ਸਕਦੇ। ਆਓ ਗੱਲਬਾਤ ਕਰਦੇ ਹਾਂ। ਅੰਦਰ ਸੱਥ ਦੇ ਵਿੱਚੋਂ ਕੁਝ ਤਸਵੀਰਾਂ ਦਿਖਾਵਾਂਗੇ। ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਸੱਥ ਦੀ ਜਿਹੜੀ ਝਲਕ ਦਿਖਾਈ ਜਾਵੇ। ਇੱਥੇ ਕਿਤਾਬਾਂ ਪਈਆਂ ਨੇ, ਕਿਤਾਬਾਂ ਦਾ ਵੀ ਜ਼ਰੂਰ ਤੁਹਾਨੂੰ ਦਿਖਾਇਆ ਜਾਊਗਾ ਸ਼ਾਰਟ ਦੇ ਵਿੱਚ ਕਿਹੜੀ ਕਿਸਮ ਦੀ ਕਿਤਾਬ ਪਈ ਨੇ ਇੱਥੇ। ਜੋ ਇੱਥੇ ਲੋਕ ਪੜ੍ਹ ਰਹੇ ਨੇ ਜੀਵਨ ਯਾਤਰਾ ਉਪਦੇਸ਼ ਗੁਰੂ ਤੇਗ ਬਹਾਦਰ ਜੀ, ਵੱਖ ਜਿਹੜੇ ਵਿਚਾਰਧਾਰਾ ਕਿਸਾਨ ਜਿਹੜੀਆਂ ਹੈਗੀਆਂ ਇੱਥੇ ਬੁੱਕ ਪਈਆਂ ਨੇ। ਅੰਦਰ ਬੈਠੇ ਜਿਹੜੇ ਗਿਆਨ ਵੀ ਲੈ ਰਹੇ ਨੇ। ਅਸੀਂ ਗੱਲਬਾਤ ਕਰਦੇ ਹਾਂ। ਅੰਦਰ ਕੁਛ ਮੌਜੂਦ ਸਾਂਝੀ ਸੱਥ ਦੇ ਵਿੱਚ ਪਹੁੰਚੇ ਹਾਂ। ਇੱਥੇ ਤੁਸੀਂ ਦੇਖ ਸਕਦੇ ਹੋ ਸਾਡੀਆਂ ਭੈਣਾਂ, ਸਾਡੇ ਬੱਚੇ ਜਿਹੜੇ ਇੱਥੇ ਸਟੱਡੀ ਕਰ ਰਹੇ ਨੇ, ਬੈਠ ਕੇ ਪੜ੍ਹ ਰਹੇ ਨੇ। ਉਸ ਤੋਂ ਬਾਅਦ ਜਿਹੜਾ ਇਹ ਪ੍ਰਬੰਧ ਪੂਰਾ ਕੀਤਾ ਹੈ, ਜਿਨ੍ਹਾਂ ਨੇ ਉਹ ਟੀਮ ਦੇ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਸਰ ਆਪਣਾ? ਮੇਰਾ ਨਾਮ ਗੁਰਦੀਪ ਸਿੰਘ ਹੈ ਜੀ। ਜੀ। ਤੇ ਮੈਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਲੋਂਗ ਕਰਦਾ ਜੀ, ਪਿੰਡ ਬੜੂਆ ਜੀ। ਜੀ। ਇਹ ਸਾਂਝੀ ਸੱਥ ਬਣਾਈ ਗਈ ਹੈ, ਇਹਦਾ ਮੇਨ ਮਕਸਦ ਕੀ ਹੈ, ਕਿਸ ਲਈ ਬਣਾਈ ਗਈ, ਮੇਨ ਪਰਪਸ? ਹਾਂਜੀ, ਸਾਂਝੀ ਸੱਥ ਦਾ ਮਤਲਬ ਇਹ ਹੈ ਕਿ ਆਪਾਂ ਜਿਵੇਂ ਪਿੰਡਾਂ ਦੇ ਵਿੱਚ ਸੱਥਾਂ ਲਾਉਂਦੇ ਸੀਗੇ, ਇੱਥੇ ਵੀ ਆਪਾਂ ਸੱਥ ਲਾਈ ਜਾਂਦੀ ਹੈ ਜੀ ਸ਼ਾਮ ਨੂੰ 6 ਤੋਂ 8 ਵਜੇ ਤੱਕ। ਫਿਰ ਉਹਦੇ 'ਤੇ ਇੱਕ ਆਪਾਂ ਨਾ ਜੀ ਵਿਚਾਰ ਕਰਦੇ ਹਾਂ, ਇੱਕ ਮੁੱਦਾ ਰੱਖਿਆ ਜਾਂਦਾ ਜਿਹਦੇ 'ਤੇ ਆਪਾਂ ਸ਼ਾਮ ਨੂੰ ਬਹਿ ਕੇ ਗੱਲ ਕਰਦੇ ਹਾਂ ਅਤੇ ਇਸ ਅੰਦੋਲਨ ਨੂੰ ਕਿਵੇਂ ਹੋਰ ਵਧੀਆ ਤਰੀਕੇ ਨਾਲ ਲੜਿਆ ਜਾਵੇ, ਜਾਂ ਜਿਹੜੀਆਂ ਇਹਦੇ ਵਿੱਚ ਸਾਨੂੰ ਕੁਝ ਖਾਮੀਆਂ ਦਿਖਦੀਆਂ ਉਹਦੇ 'ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਅਤੇ ਇਸ ਲਈ ਆਪਾਂ ਇਹਦਾ ਨਾਂ ਹੀ ਸਾਂਝੀ ਸੱਥ ਰੱਖਤਾ ਜੀ। ਕਿੰਨੇ ਕੁ ਸਮੇਂ ਤੋਂ ਜਿਹੜਾ ਇਹ ਉਪਰਾਲਾ ਤੁਸੀਂ ਕੀਤਾ ਜੀ? ਇਹ ਜੀ ਸਾਂਝੀ ਸੱਥ ਆਪਾਂ ਨੂੰ ਤਕਰੀਬਨ ਅੱਜ 17ਵਾਂ ਦਿਨ ਹੈ ਜੀ। ਅਤੇ ਇਹਦੇ ਵਿੱਚ ਆਪਾਂ 17 ਦਿਨਾਂ ਤੋਂ ਹੋਰ ਐਕਟੀਵਿਟੀਆਂ ਤੇਜ਼ ਕਰਦੇ ਗਏ। ਜਿਵੇਂ ਪਹਿਲਾਂ ਆਪਾਂ ਸੱਥ ਦਾ ਹੀ ਆਈਡੀਆ ਸੀਗਾ, ਉਹ ਤੋਂ ਬਾਅਦ ਫਿਰ ਲਾਇਬ੍ਰੇਰੀ ਦਾ ਆ ਗਿਆ, ਕੁਝ ਬੁੱਕਾਂ ਰੱਖੀਆਂ। ਫਿਰ ਆਪਾਂ ਬੇਨਤੀ ਕੀਤੀ ਵੀ ਸਾਨੂੰ ਲਾਇਬ੍ਰੇਰੀ ਚਲਾਉਣ ਵਾਸਤੇ ਹੋਰ ਬੁੱਕਾਂ ਦੀ ਜ਼ਰੂਰਤ ਹੈ, ਅਤੇ ਨਾਲ ਦੀ ਨਾਲ ਸਾਨੂੰ ਆਟੋਮੈਟਿਕਲੀ ਹੀ ਕਿਤਾਬਾਂ ਸਾਡੇ ਕੋਲ ਅਵੇਲੇਬਲ ਹੋ ਗਈਆਂ। ਫਿਰ ਆਪਾਂ ਲਾਇਬ੍ਰੇਰੀ ਵਧੀਆ ਤਰੀਕੇ ਨਾਲ ਚਲਾ ਰਹੇ ਹਾਂ ਜੀ। ਫਿਰ ਨਾਲ ਦੀ ਨਾਲ ਇੱਥੇ ਪਿੱਛੇ ਕੁਛ ਜਿਵੇਂ ਲੋਕਲ ਏਰੀਆ ਦੇ ਬੱਚੇ ਘੁੰਮਦੇ ਹੁੰਦੇ ਸੀ ਲੰਗਰਾਂ 'ਚ, ਉਹਨਾਂ ਨੂੰ ਕੁਛ ਟੀਚਰ ਪੜ੍ਹਾਉਂਦੇ ਹੁੰਦੇ ਸੀ। ਫਿਰ ਉਹਨਾਂ ਨੂੰ ਆਪਾਂ ਬੇਨਤੀ ਕੀਤੀ ਵੀ ਸਾਡੇ ਕੋਲ ਇੱਕ ਜਗ੍ਹਾ ਹੈਗੀ ਹੈ, ਕਿਉਂ ਨਾ ਉਹਨਾਂ ਨੂੰ ਵੀ ਇੱਥੇ ਟੀਚ ਕੀਤਾ ਜਾਵੇ, ਪੜ੍ਹਾਇਆ ਜਾਵੇ। ਪਹਿਲਾਂ ਤਾਂ ਉਹਨਾਂ ਦੇ ਨਾਲ ਤਕਰੀਬਨ 15-20 ਬੱਚੇ ਹੁੰਦੇ ਸੀ, ਅਤੇ ਹੁਣ 70-80 ਦੇ ਕਰੀਬਨ ਕਾਫਲਾ ਪੁੱਜ ਗਿਆ ਜੀ। ਜੀ, ਬਹੁਤ ਧੰਨਵਾਦ। ਸਾਡੇ ਨਾਲ ਹੋਰ ਵੀ ਟੀਮ ਦੇ ਮੈਂਬਰ ਨੇ, ਉਹਨਾਂ ਨੂੰ ਗੱਲਬਾਤ ਕਰਦੇ ਹਾਂ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਸਰ ਆਪਣਾ? ਮੇਰਾ ਨਾਮ ਗੁਰਿੰਦਰ ਸਿੰਘ ਬੜਿੰਗ ਹੈ ਜੀ, ਪਿੰਡ ਮਸ਼ਰਾਈ ਖੁਰਦ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਜੀ। ਕੀ ਕਹਿਣਾ ਚਾਹੋਗੇ ਜਿਹੜੀ ਸਾਂਝੀ ਸੱਥ ਤੁਹਾਡੀ ਟੀਮ ਵੱਲੋਂ ਬਣਾਈ ਗਈ ਆ, ਕਿੱਦਾਂ ਦਾ ਮੈਸੇਜ ਜਿਹੜਾ ਨੌਜਵਾਨ ਪੀੜ੍ਹੀ ਨੂੰ ਜਾਵੇਗਾ ਤੁਹਾਡਾ? ਇਹਦਾ ਮੇਨ ਉਦੇਸ਼ ਬਣਾਉਣ ਦਾ ਇਹੀ ਸੀਗਾ ਕਿ ਜੀ ਜਿਹੜਾ ਇੱਥੇ ਯੂਥ ਆਇਆ ਹੋਇਆ, ਉਹਨਾਂ ਦੀ ਜਿਹੜੀ એનર્ਜੀ ਹੈ ਉਹਨੂੰ ਕਿਸੇ ਪੋਜ਼ਿਟਿਵ ਤਰੀਕੇ ਨਾਲ ਚੈਨਲਾਈਜ਼ ਕੀਤਾ ਜਾ ਸਕੇ। ਅਤੇ ਸ਼ਾਮ ਨੂੰ ਅਸੀਂ ਇੱਥੇ ਮੀਟਿੰਗ ਵੀ ਕਰਦੇ ਹਾਂ, 6 ਤੋਂ 8 ਵਿਚਾਰ ਚਰਚਾ ਹੁੰਦੀ ਹੈ ਕਿ ਅੰਦੋਲਨ ਨੂੰ ਹੋਰ ਕਿਵੇਂ ਇੰਪਰੂਵ ਕੀਤਾ ਜਾਵੇ, ਅਤੇ ਉਹਦੇ ਵਿੱਚੋਂ ਕੋਈ ਵਧੀਆ ਆਈਡੀਆ ਨਿਕਲ ਕੇ ਆਉਂਦੇ ਨੇ। ਯੂਥ ਵੱਲੋਂ ਆਪੇ ਆਉਂਦੇ ਨੇ ਅਤੇ ਆਪੇ ਟੀਮਾਂ ਬਣ ਜਾਂਦੀਆਂ ਨੇ। 2-3 ਮੁਹਿੰਮਾਂ ਵੀ ਚੱਲੀਆਂ ਨੇ, ਸਫਾਈ ਦੀਆਂ 3 ਮੁਹਿੰਮਾਂ ਚੱਲ ਚੁੱਕੀਆਂ, ਜਿਹਦੇ ਸਾਰੇ ਦੇ ਸਾਰੇ ਮੋਰਚੇ ਦੇ ਵਿੱਚ ਸਫਾਈ ਕੀਤੀ ਗਈ। ਫਿਰ ਇੱਕ ਮੁਹਿੰਮ ਚੱਲੀ ਕਿ ਜਿੰਨੀਆਂ ਵੀ ਟਰਾਲੀਆਂ ਨੇ ਉਹ ਟੇਢੀਆਂ ਤਿਰਛੀਆਂ ਲੱਗੀਆਂ, ਉਹਨਾਂ ਨੂੰ ਸਾਰਿਆਂ ਨੂੰ ਸਿੱਧੇ ਰੂਪ 'ਚ ਬੜੀ ਦਿੱਕਤ ਆ ਰਹੀ ਸੀ ਟ੍ਰੈਫਿਕ ਦੀ ਪਹਿਲਾਂ, ਤਾਂ ਉਹ ਵੀ ਇਸੇ ਸੱਥ 'ਚ ਬੈਠ ਕੇ ਚਰਚਾ ਹੋਈ। ਇੱਥੇ ਹੀ ਟੀਮ ਬਣ ਗਈ ਅਤੇ ਉਹਨਾਂ ਨੇ ਆਪੇ ਅਗਲੇ ਦਿਨ ਸਾਰੀਆਂ ਟਰਾਲੀਆਂ ਸਿੱਧੀਆਂ ਕਰਾਤੀਆਂ। ਤਾਂ ਬੇਸਿਕਲੀ ਇੱਕ ਪਲੇਟਫਾਰਮ ਬਣ ਗਿਆ ਜਿੱਥੇ ਜਿਹੜਾ ਯੂਥ ਆਇਆ ਹੋਇਆ ਹੈ ਉਹਨੂੰ ਆਪਣੀ ਜਿਹੜੀ એનર્ਜੀ ਹੈ, ਜਿਹੜਾ ਜੋਸ਼ ਹੈ, ਕ੍ਰਾਂਤੀ ਜਿਹੜੀ ਉਹਨਾਂ ਦੇ ਖੂਨ 'ਚ ਦੌੜ ਰਹੀ ਹੈ, ਉਹਨੂੰ ਸੁਚੱਜੇ ਢੰਗ ਨਾਲ ਤਰੀਕੇ ਨਾਲ ਉਹ ਕਿਵੇਂ ਚੈਨਲਾਈਜ਼ ਕਰ ਸਕਦੇ ਨੇ, ਉਹਦਾ ਪਲੇਟਫਾਰਮ। ਇੱਥੇ ਬਹਿ ਕੇ ਪਲੈਨਿੰਗ ਕੀਤੀ ਜਾਂਦੀ ਹੈ ਕਿ ਆਪਾਂ ਇਹ ਕੰਮ ਇਸ ਤਰ੍ਹਾਂ ਕਰਨਾ ਜੀ। ਇੱਥੇ ਬਹਿ ਕੇ ਆਪ ਆਉਂਦੇ ਨੇ ਜੀ, ਆਪੇ ਪਲਾਨ ਕਰਦੇ ਨੇ, ਫਿਰ ਆਪੇ ਐਗਜ਼ੀਕਿਊਟ ਕਰਦੇ ਨੇ। ਅਸੀਂ ਸਿਰਫ ਛੱਤ ਪ੍ਰੋਵਾਈਡ ਕੀਤੀ ਜੀ। ਬਹੁਤ ਵਧੀਆ। ਸਤਿ ਸ਼੍ਰੀ ਅਕਾਲ ਭਾਜੀ। ਕੀ ਨਾਮ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਸਤਨਾਮ ਸਿੰਘ। ਕਿਹੜੀ ਜਗ੍ਹਾ ਤੋਂ ਹੈ ਭਾਜੀ? ਸ਼੍ਰੀ ਅਨੰਦਪੁਰ ਸਾਹਿਬ ਤੋਂ ਆਏ ਜੀ। ਜੀ। ਕੀ ਕਹਿਣਾ ਚਾਹੋਗੇ ਸਾਂਝੀ ਸੱਥ ਬਾਰੇ ਤੁਸੀਂ? ਸਰ ਸਾਂਝੀ ਸੱਥ ਬਾਰੇ ਆਪਾਂ ਤਾਂ ਇਹੀ ਕਹਿਣਾ ਚਾਹੁੰਦੇ, ਇਹ ਪਲੇਟਫਾਰਮ ਵਧੀਆ ਹੈ। ਬਾਕੀ ਜਿਹੜਾ ਯੂਥ ਐਵੇਂ ਘੁੰਮਦਾ ਫਰੀ, ਉਹ ਇੱਥੇ ਸ਼ਾਮ ਨੂੰ 6 ਤੋਂ 8 ਵਜੇ ਤੱਕ ਇੱਥੇ ਆਉਣ, ਔਰ ਜੋ ਵੀ ਤੁਹਾਨੂੰ ਦਿੱਕਤਾਂ ਲੱਗਦੀਆਂ ਉਹਨਾਂ ਨੂੰ, ਔਰ ਕੀ ਉਹ ਕਹਿਣਾ ਚਾਹੁੰਦੇ ਆ, ਅਗਰ ਹਰੇਕ ਬੰਦੇ ਨੂੰ ਸਟੇਜ ਤੋਂ ਬੋਲਣ ਦਾ ਨਹੀਂ ਮੌਕਾ ਮਿਲਦਾ, ਉਹ ਆਪਣਾ ਮਸ਼ਵਰਾ ਇੱਥੇ ਦੇ ਸਕਦਾ। ਅਗਰ ਉਹਨਾਂ ਦਾ ਮਸ਼ਵਰਾ ਸਹੀ ਹੈ
ਤਾਂ ਉਹ ਸਾਡੀ ਜਿਹੜੀ ਲੀਡਰਸ਼ਿਪ ਹੈਗੀ ਸਾਡੀ ਕਿਸਾਨ ਜਥੇਬੰਦੀਆਂ ਦੀ ਜੀ ਉਹਨਾਂ ਦੇ ਜਿਹੜੇ ਸਾਡੇ ਲੀਡਰ ਆ ਉਹ ਵੀ ਸਾਡੇ ਇੱਥੇ ਸਾਡੇ ਤੱਕ ਪਹੁੰਚ ਕਰਦੇ ਆ ਤਾਂ ਉਹਨਾਂ ਤੱਕ ਉਹਨਾਂ ਦੀ ਗੱਲ ਪਹੁੰਚਦੀ ਹੋ ਜਾਂਦੀ ਪਹੁੰਚਦੀ ਹੋਈ ਜੀ। ਆਪਾਂ ਹੋਰ ਵੀ ਗੱਲ ਕਰਦੇ, ਕੀ ਨਾਮ ਭਾਜੀ? ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ, ਅਨੰਦਪੁਰ ਸਾਹਿਬ ਤੋਂ ਹੀ ਹਾਂ। ਜੀ ਜੀ, ਤੁਸੀਂ ਵੀ ਸਾਂਝੀ ਸਾਥ ਦੇ ਜਿਹੜੇ ਹੈਗੇ ਮੈਂਬਰ ਹੋ ਜੀ ਸਰ। ਇਸ ਸੰਘਰਸ਼ ਨੂੰ ਕਰਦੇ ਹੋਇਆ ਜਾਂ ਤੁਹਾਨੂੰ ਇਸ ਜਿਹੜਾ ਹੈਗਾ ਸਾਂਝੀ ਸਾਥ ਨੂੰ ਚਲਾਉਂਦਾ ਹੋਇਆ ਕਿੰਨੇ ਕੁ ਦਿਨ ਹੋ ਗਏ ਨੇ ਇੱਥੇ? ਸਰ ਵੈਸੇ ਤਾਂ 26 ਤਰੀਕ ਤੋਂ ਪਹਿਲੇ ਦਿਨ ਤੋਂ ਸੰਘਰਸ਼ ਦੇ ਵਿੱਚ ਸ਼ਾਮਿਲ ਹਾਂ ਜੀ। ਉਸ ਤੋਂ 3-4 ਦਿਨ ਬਾਅਦ ਜਾਣੀ ਉਸ ਤੋਂ ਬਾਅਦ ਪਹਿਲਾਂ ਫ੍ਰੀ ਫਿਰਦੇ ਸੀਗੇ ਵੀ ਦੇਖਦੇ ਸੀਗੇ ਵੀ ਕੋਈ ਨਾ ਕੋਈ ਹੱਲ ਲੱਭਿਆ ਜਾਵੇ ਜਿਸ ਦੇ ਨਾਲ ਜਿਹੜਾ ਫ੍ਰੀ ਟਾਈਮ ਹੈ ਉਸ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਇੱਧਰ ਉੱਧਰ ਫਿਰਦੇ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਕੰਮ ਤੇ ਲਾਇਆ ਜਾਵੇ। ਜੋ ਇੱਥੇ ਗੰਦਗੀ ਜਾਂ ਕੁਝ ਹੋਰ ਕਿੰਨੇ ਵੀ ਐਕਟੀਵਿਟੀਜ਼ ਚੱਲਦੀ ਹੈ ਉਹਨੂੰ ਸਾਰਾ ਕੰਟਰੋਲ ਕਰਨ ਦੇ ਲਈ ਇਹ ਚੀਜ਼ ਆਪਾਂ ਸੋਚੀ। ਤੇ ਉਸ ਤੋਂ ਬਾਅਦ ਮੇਨ ਮਕਸਦ ਇਹ ਸੋਚਿਆ ਬਈ ਜਿਹੜੀ ਇਹ ਚੀਜ਼ ਹੈ ਜਿਵੇਂ ਹੁਣ ਇੱਥੇ ਪੋਸਟਰ ਲੱਗੇ ਨੇ ਤੇ ਇਹਨਾਂ ਪੋਸਟਰਾਂ ਨੂੰ ਇਸ ਜਗ੍ਹਾ ਤੇ ਆ ਕੇ ਸਾਂਝੀ ਸਾਥ ਇੱਕ ਸੁਨੇਹਾ ਦਿੰਦੀ ਹੈ ਆਪਣੇ ਵੱਡੇ ਵਡੇਰਿਆਂ ਤੇ ਆਪਣੇ ਜਿਹੜੇ ਸ਼ਹਾਦਤਾਂ ਜਿਨ੍ਹਾਂ ਨੇ ਦਿੱਤੀਆਂ ਉਹਨਾਂ ਦੀਆਂ ਜੋ ਕੁਰਬਾਨੀਆਂ ਨੂੰ ਦੇਖ ਕੇ ਆਪਣੇ ਵੱਲੋਂ ਵੀ ਇੱਕ ਹੌਸਲਾ ਮਿਲਦਾ ਹੈ ਵੀ ਸਾਡੇ ਸ਼ਹਾਦਤਾਂ ਜਿਹੜੇ ਸਾਡੇ ਬਜ਼ੁਰਗਾਂ ਨੇ ਦਿੱਤੀਆਂ ਅਸੀਂ ਵੀ ਉਸ ਦਾ ਹੌਸਲਾ ਰੱਖੀਏ। ਤੇ ਸਾਂਝੀ ਸਾਥ ਦਾ ਸਭ ਤੋਂ ਵੱਡਾ ਜਿਹੜਾ ਉਦੇਸ਼ ਹੈ ਉਹ ਇਹੀ ਹੈ ਵੀ ਜੋ ਯੂਥ ਬਾਹਰ ਫਿਰਦਾ ਹੈ ਜਾਂ ਕੋਈ ਕੰਮ ਨਹੀਂ ਕਰ ਰਿਹਾ ਉਹ ਇੱਥੇ ਆ ਕੇ ਕਿਤਾਬ ਪੜ੍ਹੇ। ਕਿਤਾਬਾਂ ਦੇ ਵਿੱਚ ਸਿੱਖਣ ਨੂੰ ਮਿਲਦਾ ਹੈ ਬਹੁਤ ਕੁਝ ਤੇ ਉਹੀ ਚੀਜ਼ ਅਸੀਂ ਚਾਹੁੰਦੇ ਹਾਂ ਵੀ ਕਿਸੇ ਦਾ ਸਮਾਂ ਜਾਇਆ ਨਾ ਜਾਵੇ। ਇਸ ਕਰਕੇ ਅਸੀਂ ਇੱਥੇ ਬੱਚਿਆਂ ਨੂੰ ਵੀ ਸਕੂਲ ਦੇ ਤੌਰ ਤੇ ਜਿਹੜੇ ਇੱਥੇ ਲੋਕਲ ਬੱਚੇ ਆ ਉਹਨਾਂ ਨੂੰ 11 ਵਜੇ ਤੋਂ 2 ਵਜੇ ਤੱਕ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਜੋ ਸ਼ਾਮ ਨੂੰ ਤੁਹਾਨੂੰ ਵੀਰ ਜੀ ਹੋਣੀ ਦੱਸਿਆ ਹੈ ਵੀ 6 ਤੋਂ 8 ਵਜੇ ਤੱਕ ਇੱਥੇ ਸਾਂਝੀ ਸਾਥ ਦਾ ਇੱਕ ਵਿਸ਼ਾ ਲਿਆ ਜਾਂਦਾ ਉਹਦੇ ਉੱਪਰ ਟਿੱਪਣੀ ਕੀਤੀ ਜਾਂਦੀ ਹੈ ਜਿਸ ਦੇ ਮਨ ਦੇ ਵਿੱਚ ਕੋਈ ਵੀ ਵਿਚਾਰ ਹੁੰਦਾ ਹੈ ਉਹ ਸਾਂਝੇ ਕੀਤੇ ਜਾਂਦੇ ਆ ਤਾਂ ਜੋ ਇਸ ਅੰਦੋਲਨ ਨੂੰ ਹੋਰ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਜਾ ਸਕੇ। ਬਾਕੀ ਅਸੀਂ ਚਾਹੁੰਦੇ ਹਾਂ ਵੀ ਜਿੰਨੀ ਛੇਤੀ ਅੰਦੋਲਨ ਖਤਮ ਹੋ ਜਾਏ ਉਨਾ ਜ਼ਿਆਦਾ ਵਧੀਆ ਜੀ। ਜੀ ਜੀ ਸਾਡੇ ਨਾਲ ਕਾਫੀ ਇੱਥੇ ਜਿਹੜੇ ਕਮੇਟੀ ਦੇ ਮੈਂਬਰ ਸਨ ਜੋ ਇਸ ਸੱਥ ਨੂੰ ਚਲਾ ਰਹੇ ਨੇ ਉਹਨਾਂ ਨੇ ਦੱਸਿਆ ਕਿ ਸਾਡਾ ਮੇਨ ਮਕਸਦ ਇਹੀ ਸੀ ਕਿ ਜਿਹੜੇ ਬਾਹਰ ਨੌਜਵਾਨ ਆ ਜਾਂ ਸਾਡੇ ਬੱਚੇ ਨੇ ਉਹ ਬਾਹਰ ਘੁੰਮਦੇ ਸੀ ਫਾਲਤੂ ਉਹਨਾਂ ਨੂੰ ਕੋਈ ਗਿਆਨ ਨਹੀਂ ਸੀ ਜਾਂ ਇੱਥੇ ਬਹਿ ਕੇ ਸ਼ਾਮ ਨੂੰ ਇੱਕ ਮੀਟਿੰਗ ਹੁੰਦੀ ਆ ਉਹਦੇ ਵਿੱਚ ਆਪਣੇ ਆਪਣੇ ਵਿਚਾਰ ਦਿੰਦੇ ਨੇ ਕਿ ਕਿਸ ਤਰ੍ਹਾਂ ਆਪਾਂ ਕੋਈ ਅੱਗੇ ਦੀ ਜਿਹੜੀ ਰਣਨੀਤੀ ਆ ਉਹ ਕਿਸ ਤਰ੍ਹਾਂ ਕਰਨੀ ਹੈ। ਸਾਡੇ ਨਾਲ ਮੌਜੂਦ ਨੇ ਹੋਰ ਵੀ ਕਾਫੀ ਇੱਥੇ ਸੂਝਵਾਨ ਕਮੇਟੀ ਮੈਂਬਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਾਡੇ ਨਾਲ ਸਾਂਝੀ ਸੱਥ ਦੇ ਵਿੱਚ ਹੋਰ ਵੀ ਕੁਝ ਆਗੂ ਨੇ ਕਮੇਟੀ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਜਿਹੜਾ ਸੁਪਨਾ ਜਾਂ ਮਨ ਦੇ ਵਿੱਚ ਫੁਰਨਾ ਕਿਸ ਤਰ੍ਹਾਂ ਆਇਆ ਕਿ ਆਪਾਂ ਇਹ ਉਪਰਾਲਾ ਕਰੀਏ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਸਰ ਆਪਣਾ? ਨਵਦੀਪ ਸਿੰਘਾ ਜੀ ਮੋਗੇ ਤੋਂ। ਜੀ ਜੀ, ਤੁਹਾਡੇ ਮਨ ਦੇ ਵਿੱਚ ਇਹ ਉਪਰਾਲਾ ਕਿਸ ਤਰ੍ਹਾਂ ਹੈ ਕਿ ਮਾਈਂਡ ਦੇ ਵਿੱਚ ਕਿੱਦਾਂ ਹੈ ਕਿ ਆਪਾਂ ਇਹ ਜਿਹੜਾ ਇੱਥੇ ਸਾਂਝੀ ਸੱਥ ਬਣਾਈ ਜਾਵੇ ਜੀ? ਦੇਖੋ ਸਾਡੇ ਤੋਂ ਪਹਿਲਾਂ ਸਾਡੇ ਜਿਹੜੇ ਮੈਂਬਰ ਸਾਹਿਬਾਨ ਨੇ ਸੁਖਵਿੰਦਰ ਜੀ ਆ ਰੋਪੜ ਤੋਂ, ਗੈਰੀ ਬੜਿੰਗ ਨੇ, ਦਿਨੇਸ਼ ਚੱਡਾ ਜੀ ਨੇ, ਸਾਰਿਆਂ ਦਾ ਇਹ ਇੱਕ ਆਈਡੀਆ ਸੀਗਾ ਜੀ। ਤੇ ਇੱਕ ਦਿਨ ਜਦੋਂ ਇਹ ਉਪਰਾਲਾ ਅੱਜ ਤੋਂ 17 ਦਿਨ ਪਹਿਲਾਂ ਕੀਤਾ ਸੀਗਾ ਥੋੜ੍ਹੀਆਂ ਜਿਹੀਆਂ ਕਿਤਾਬਾਂ ਦੇ ਨਾਲ ਇੱਕ ਚਾਨਣੀ ਆਹ ਲਾ ਕੇ ਕਨਾਤ ਲਾ ਕੇ ਤੇ ਪਰ ਬੜਾ ਹੀ ਵਧੀਆ ਲੋਕਾਂ ਨੇ ਇਹਨੂੰ ਉਤਸ਼ਾਹਿਤ ਕੀਤਾ ਔਰ ਹੁਣ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਵੇਂ ਗੁਰੂ ਸਾਹਿਬਾਨ ਵੱਲੋਂ ਇਸ ਤਰ੍ਹਾਂ ਦੀ ਕਿਰਪਾ ਹੋਈ ਜਿਵੇਂ ਲੰਗਰ ਕਹਿੰਦੇ ਚੱਲਦਾ ਹੁੰਦਾ ਉਸੇ ਤਰ੍ਹਾਂ ਇਹ ਵਧੀ ਫੁੱਲੀ ਜਾਂਦਾ ਹੈਗਾ। ਹੁਣ 11 ਤੋਂ 2 ਇੱਥੇ ਬੱਚਿਆਂ ਨੂੰ ਵੀ ਇਸਲਾਮ ਏਰੀਏ ਦੇ ਬੱਚੇ ਵੀ ਪੜ੍ਹਨ ਆਉਂਦੇ ਆ ਔਰ ਕੁਛ ਕੁ ਅਸੀਂ ਜਿਹੜੀਆਂ ਇਸ ਧਰਨੇ ਦੇ ਦੌਰਾਨ ਜਿਹੜਾ ਰੈਵੋਲੂਸ਼ਨ ਬੁੱਕਸ ਜਿਹੜੀਆਂ ਕ੍ਰਾਂਤੀਕਾਰੀ ਕਿਤਾਬਾਂ ਨੇ ਔਰ ਜੋ ਇਤਿਹਾਸ ਹੈ ਉਹਦੇ ਬਾਰੇ ਕਿਤਾਬਾਂ ਇੱਥੇ ਰੱਖੀਆਂ ਗਈਆਂ ਜਿਹਦੇ ਨਾਲ ਥੋੜ੍ਹਾ ਜਿਹਾ ਬਲਕਿ ਯੂਥ ਨੂੰ ਇੰਸਪੀਰੇਸ਼ਨ ਮਿਲੇ। ਤੇ ਜਿਸ ਤਰ੍ਹਾਂ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਉਹਨਾਂ ਦੀਆਂ ਜੋ ਜੀਵਨੀਆਂ ਨੇ ਕਿਸ ਤਰ੍ਹਾਂ ਦੇ ਉਹ ਕ੍ਰਾਂਤੀਕਾਰੀ ਰਹੇ ਨੇ, ਚੀ ਗਵੇਰਾ ਵਰਗੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬੁੱਕਸ ਪੜ੍ਹ ਕੇ ਆਟੋਮੈਟਿਕਲੀ ਜਿਹੜਾ ਹੈਗਾ ਯੂਥ ਇੰਸਪਾਇਰ ਹੁੰਦਾ ਔਰ ਸੰਘਰਸ਼ ਕਿਸ ਤਰ੍ਹਾਂ ਲੜੇ ਜਾਂਦੇ ਕਿਸ ਤਰ੍ਹਾਂ ਜਿੱਤੇ ਜਾਂਦੇ ਆ ਉਹਨਾਂ ਦੇ ਲਈ ਇੱਕ ਬੜੀ ਸੇਧ ਦੇਣ ਵਾਲੀ ਗੱਲ ਹੈਗੀ ਹੈ ਔਰ ਇਹ ਸਾਬਤ ਵੀ ਹੋ ਰਹੀ ਹੈ। ਜੀ ਜੀ, ਜੇਕਰ ਅੱਜ ਜਿਵੇਂ ਸਾਡੇ ਲਈ ਖੇਤੀ ਵਿਰੁੱਧ ਕਾਨੂੰਨ ਪਾਸ ਕੀਤੇ ਨੇ ਸੈਂਟਰ ਨੇ, ਜੇਕਰ ਸਾਡੇ ਕਿਸਾਨ ਜਾਂ ਇੰਨੇ ਪੜ੍ਹੇ ਲਿਖੇ ਜਾਂ ਉਹ ਗਿਆਨ ਵਾਲੇ ਨਾ ਹੁੰਦੇ ਤਾਂ ਹੋ ਸਕਦਾ ਸਾਨੂੰ ਉਹਨਾਂ ਨੇ ਦਬਾ ਜਾਣਾ ਸੀ। ਪਰ ਇਸੇ ਕਰਕੇ ਹੀ ਅਸੀਂ ਅੱਗੇ ਵਧੇ ਹੋਏ ਹਾਂ ਕਿਉਂਕਿ ਸੰਘਰਸ਼ ਜਿਹੜਾ ਅੱਜ ਮਹੀਨੇ ਤੋਂ ਉੱਪਰ ਜਾ ਰਿਹਾ, ਜੇਕਰ ਉਹਨਾਂ ਕੋਲ ਨੌਲੇਜ ਸੀ ਤਾਂ ਇਸੇ ਕਰਕੇ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੇ ਕਾਨੂੰਨ ਆ ਸਾਡੇ ਵਿਰੁੱਧ ਨੇ। ਜੇ ਉਹ ਇੰਨੇ ਪੜ੍ਹੇ ਲਿਖੇ ਨਾ ਹੁੰਦੇ ਤਾਂ ਹੋ ਸਕਦਾ ਸਾਨੂੰ ਉਹ ਦਬਾ ਜਾਂਦੇ ਜੀ। ਇਹਦੇ ਲਈ ਇਹ ਗਿਆਨ ਜਿਹੜਾ ਬਹੁਤ ਜ਼ਰੂਰੀ ਹੈ। ਦੇਖੋ ਇਹ ਬਹੁਤ ਹੀ ਇੱਕ ਮਿਸਲੀਡਿੰਗ ਗੱਲ ਹੈਗੀ ਹੈ ਕਿ ਪੰਜਾਬ ਦਾ ਕਿਸਾਨ ਆ ਜਿਹੜਾ ਉਹ ਪੜ੍ਹਿਆ ਲਿਖਿਆ ਔਰ ਖੇਤੀ ਇੱਕ ਇਹ ਨਹੀਂ ਹੈ ਵੀ ਅਨਪੜ੍ਹ ਬੰਦੇ ਦਾ ਧੰਦਾ ਹੈਗਾ। ਖੇਤੀ ਬੜੀ ਟੈਕਨੀਕਲ ਜਿਹੜਾ ਹੈਗਾ ਧੰਦਾ ਔਰ ਬੜੇ ਸੂਝ-ਬੂਝ ਦੇ ਨਾਲ ਪੰਜਾਬ ਦੇ ਵਿੱਚ ਖੇਤੀ ਕੀਤੀ ਜਾਂਦੀ ਹੈ। ਔਰ ਦੂਸਰੀ ਜਿੱਥੋਂ ਤੱਕ ਤੁਸੀਂ ਮੈਂ ਪਹਿਲਾਂ ਵੀ ਗੱਲ ਕਹੀ ਹੈ
ਜੇ ਤੁਸੀਂ ਇਤਿਹਾਸ ਵੀ ਫਰੋਲੋਗੇ ਜਿੰਨੇ ਕ੍ਰਾਂਤੀਕਾਰੀ ਹੋਏ ਆ, ਭਗਤ ਸਿੰਘ ਨੇ 23-24 ਸਾਲ ਦੀ ਉਮਰ ਦੇ ਵਿੱਚ 200-250 ਕਰੀਬ ਕਿਤਾਬ ਪੜ੍ਹ ਚੁੱਕਿਆ ਸੀ। ਜੇ ਗੱਲ ਕਰੀਏ ਕਰਤਾਰ ਸਿੰਘ ਸਰਾਭੇ ਦੀ, ਉਹ ਬਰਕਲੇ ਯੂਨੀਵਰਸਿਟੀ ਦੇ ਵਿੱਚ ਇੰਜੀਨੀਅਰਿੰਗ ਦੇ ਸਟੂਡੈਂਟ ਸੀਗੇ। ਸੋ ਜਿੰਨੇ ਕ੍ਰਾਂਤੀਕਾਰੀ ਹੋਏ ਆ, ਊਧਮ ਸਿੰਘ ਦੀ ਗੱਲ ਕਰ ਲਓ, ਸਾਰੇ ਕ੍ਰਾਂਤੀਕਾਰੀ ਵੈਲ ਐਜੂਕੇਟਡ ਰਹੇ ਆ ਔਰ ਵੈਲ ਮਤਲਬ ਕਿ ਸਕਿਲਡ ਜਿਹੜੇ ਸੀਗੇ ਉਹ ਸਾਰੇ ਕ੍ਰਾਂਤੀਕਾਰੀ ਪੰਜਾਬ ਦੇ ਵਿੱਚ ਰਹੇ ਆ। ਸੋ ਪੰਜਾਬ ਸ਼ੁਰੂ ਤੋਂ ਕੱਲਾ ਜੋਸ਼ ਵਾਲਾ ਨਹੀਂ, ਹੋਸ਼ ਵਾਲਾ ਸੂਬਾ ਰਿਹਾ ਔਰ ਇਹਦੇ ਵਿੱਚ ਬੜਾ ਵੱਡਾ ਸੁਮੇਲ ਹੈ ਐਜੂਕੇਸ਼ਨ ਦਾ। ਤੇ ਜਿਹੜੀ ਮਤਲਬ ਕਿ ਜਿੰਨੇ ਵੀ ਤੁਸੀਂ ਇਤਿਹਾਸ ਫਰੋਲੋਗੇ, ਜਿੰਨੇ ਵੀ ਕ੍ਰਾਂਤੀਕਾਰੀ ਹੈ ਪੰਜਾਬ ਦੇ ਸੂਝਵਾਨ ਪੜ੍ਹੇ ਲਿਖੇ, ਚਾਹੇ ਗਦਰ ਲਹਿਰ ਦੇ ਨਾਲ ਜੁੜੇ ਹੋਏ ਸੋਹਣ ਸਿੰਘ ਭਕਨਾ ਜੀ ਲੈ ਲਓ, ਜਿੰਨੇ ਵੀ ਕ੍ਰਾਂਤੀਕਾਰੀ ਰਹੇ ਆ ਪੰਜਾਬ ਦੇ ਸ਼ੁਰੂ ਤੋਂ ਹੀ ਜੁਝਾਰੂ ਤੇ ਚੰਗੀ ਵਿਉਂਤਬੰਦੀ ਵਾਲੇ ਰਹੇ ਆ। ਜੀ ਜੀ ਲੱਗਦਾ ਵੀ ਸੈਂਟਰ ਦੀ ਸਰਕਾਰ ਵੱਲੋਂ ਇੱਕ ਵਾਰ ਫਿਰ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਰਾਜਨਾਥ ਵੱਲੋਂ ਬਿਆਨ ਦਿੱਤਾ ਗਿਆ ਕਿ ਇਹ ਜਿਹੜੇ ਬਿੱਲ ਆ 1 ਸਾਲ ਲਈ ਤੁਸੀਂ ਸਾਨੂੰ ਜਿਹੜਾ ਲਾਗੂ ਕਰ ਲੈਣ ਦਿਓ, ਤੇ ਜੇ ਸਾਲ ਬਾਅਦ ਤੁਹਾਨੂੰ ਤੁਹਾਡੇ ਲਾਹੇਵੰਦ ਨਾ ਹੋਏ ਤਾਂ ਅਸੀਂ ਇਹਨਾਂ ਤੇ ਸੋਧ ਕਰਨ ਲਈ ਤਿਆਰ ਹਾਂ। ਕੀ ਬੇਵਕੂਫ ਬਣਾਉਣ ਦੀ ਕੋਸ਼ਿਸ਼ ਫਿਰ ਦੁਬਾਰਾ ਤੋਂ? ਦੇਖੋ, ਇਹ ਤਾਂ ਟੋਟਲੀ ਵਾਕਈ ਬੇਵਕੂਫ ਬਣਾਉਣ ਵਾਲੀ ਗੱਲ ਹੈਗੀ ਹੈ। ਜੇ ਬਿੱਲ ਚੰਗੇ ਹੁੰਦੇ ਅੱਜ ਬਿਹਾਰ ਕਿਉਂ ਫੇਲ ਹੁੰਦਾ? APMC ਜਿਹੜਾ ਹੈਗਾ ਮਾਰਕੀਟ, ਉੱਥੇ ਬਿਹਾਰ ਦੇ ਵਿੱਚ ਕੀ ਬੁਰਾ ਹਾਲ ਹੋ ਗਿਆ। ਤੁਸੀਂ ਦੇਖੋ ਯੂਪੀ ਦੇ ਵਿੱਚ MSP ਤੋਂ ਥੱਲੇ ਫਸਲ ਵਿਕ ਰਹੀ ਹੈਗੀ ਆ। ਅੱਜ ਤੁਸੀਂ ਕਹਿ ਰਹੇ ਹੋ ਕਿ ਓਪਨ ਮਾਰਕੀਟ ਬਣ ਗਈ ਹੈ, ਤੁਸੀਂ ਆਪਦੀ ਫਸਲ ਕਿਤੇ ਵੀ ਵੇਚ ਸਕਦੇ ਆ, ਪਰ ਵੇਚਾਂਗੇ ਕਿੱਥੇ ਜਾ ਕੇ? ਉਹ ਤਾਂ ਦੱਸੋ ਨਾ। ਸੋ ਇਸ ਕਰਕੇ ਟੋਟਲ ਗੁੰਮਰਾਹ ਕੀਤਾ ਜਾ ਰਿਹਾ ਹੈਗਾ। ਔਰ ਇਹ ਜਿਹੜੀਆਂ ਗੱਲਾਂ ਹੈਗੀਆਂ ਨੇ ਕਿ BJP ਦੇ ਜਿੰਨੇ ਵੀ ਕੇਂਦਰ ਦੇ ਮੰਤਰੀ ਨੇ, ਈਵਨ ਕਿ ਮੰਤਰੀਆਂ ਨੂੰ ਵੀ ਨਹੀਂ ਪਤਾ ਇਹ ਬਿੱਲ ਕਿਸ ਤਰ੍ਹਾਂ ਹੈਗੇ ਆ, ਇਹਨਾਂ ਬਿੱਲਾਂ ਦੇ ਵਿੱਚ ਕੀ ਹੈ। ਮੈਂ ਸਮਝਦਾ ਤੁਸੀਂ ਕਿਸੇ ਵੀ, ਇਹ ਬੜਾ ਡਿਬੇਟੇਬਲ ਇਸ਼ੂ ਹੈ ਔਰ BJP ਦਾ ਕੋਈ ਵੀ ਬੰਦਾ ਇਸ ਮੁੱਦੇ ਤੇ ਇਹਦਾ ਪੱਖ ਨਹੀਂ ਰੱਖ ਸਕਿਆ। ਜੇ ਇੰਨੇ ਹੀ ਇਹ ਕਹਿੰਦੇ ਆ ਵੀ ਸਾਲ ਬਾਅਦ ਇਹ ਹੋ ਜਾਊਗਾ, ਇਹਦਾ ਰਿਜ਼ਲਟ ਆਊ। ਤੁਸੀਂ ਆ ਸਟੇਜ ਲੱਗੀ ਆ, ਇੱਥੇ 31 ਜਥੇਬੰਦੀਆਂ ਬੈਠੀਆਂ, ਸਾਰਾ ਪੰਜਾਬ ਬੈਠਾ, ਇੱਥੇ ਆ ਕੇ ਉਹਨਾਂ ਨੂੰ ਕਨਵਿੰਸ ਕਰ ਦਿਓ ਵੀ ਬਿੱਲ ਤੁਹਾਡੀ ਫੇਵਰ 'ਚ ਰਹਿਣਗੇ, ਜੇ ਇੰਨਾ ਤੁਹਾਨੂੰ ਕੌਨਫੀਡੈਂਸ ਹੈ। ਸੋ ਇਸ ਕਰਕੇ ਸਿਰਫ ਮਤਲਬ ਕਿ ਇੱਕ ਗੁੰਮਰਾਹ ਕਰਨ ਗੱਲਾਂ ਹੈਗੀਆਂ, ਇਹਦੇ ਵਿੱਚ ਕੋਈ ਵੀ ਤੱਤ ਨਹੀਂ ਹੈਗਾ, ਕੋਈ ਸੱਚਾਈ ਨਹੀਂ ਹੈ। ਜੀ ਜੀ ਅੱਜ ਫਿਰ ਜਿਹੜੀ ਹੈਗੀ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਹੈ। ਕੱਲ੍ਹ ਨੂੰ ਜਿਹੜਾ ਸੱਦਾ ਪੱਤਰ ਦਿੱਤਾ ਗਿਆ ਕੇਂਦਰ ਵੱਲੋਂ, ਫਿਰ ਇੱਕ ਵਾਰ ਲੱਗਦਾ ਵੀ ਕੋਈ ਮਸਲਾ ਹੱਲ ਹੋਵੇਗਾ ਕਿ ਪਹਿਲਾਂ ਦੀਆਂ ਮੀਟਿੰਗਾਂ ਤਰ੍ਹਾਂ ਹੀ ਇਹ ਵੀ ਕਹਿ ਦਈਏ ਕਿ ਬੇਸਿੱਟਾ ਹੀ ਰਹੇਗੀ? ਦੇਖੋ, ਜਿਹੜੀ ਗੱਲ ਮੁੱਢੋਂ ਹੋ ਗਈ ਹੈ ਬਈ ਆਪਾਂ ਕਹਿੰਦੇ ਆ ਬਈ ਕਾਨੂੰਨ ਜਿਹੜੇ ਹੈਗੇ ਆ ਉਹ ਰੱਦ ਕੀਤੇ ਜਾਣ। ਉਹ ਕਹਿ ਰਹੇ ਵੀ 100% ਸੋਧ ਕੀਤੀ ਜਾਊਗੀ। ਜੇ ਕਿਸੇ ਵੀ ਚੀਜ਼ ਦੇ ਵਿੱਚ 100% ਸੋਧ ਕੀਤੀ ਜਾਊਗੀ, ਨਵੇਂ ਸਿਰਿਓਂ ਲਾਗੂ ਹੋਊਗੀ, ਤਾਂ ਕਾਨੂੰਨ ਆਟੋਮੈਟਿਕਲੀ ਰੱਦ ਆ। ਕਿਉਂ ਉਹ ਹੈਂਕੜਬਾਜ਼ੀ ਤੇ ਆਏ? ਔਰ ਕਿਸਾਨਾਂ ਨੂੰ ਜੇ ਤੁਸੀਂ ਸਮਝਾ ਨਹੀਂ ਸਕਦੇ, ਤੁਸੀਂ ਜੇ ਕਿਸਾਨਾਂ ਦੀ ਡਿਮਾਂਡ ਹੈ, ਇੱਕ ਪਾਸੇ ਤੁਸੀਂ 100% ਸੋਧ ਕਰ ਰਹੇ ਹੋ ਤੇ ਦੂਜੇ ਪਾਸੇ ਕਿਸਾਨਾਂ ਦੀ ਡਿਮਾਂਡ ਆ ਬਈ ਮੁੱਢ ਤੋਂ ਰੱਦ ਹੋਣੇ ਚਾਹੀਦੇ, ਮੇਰੇ ਖਿਆਲ ਤਾਂ ਇਹਦੇ 'ਚ ਕੋਈ ਫਰਕ ਨਹੀਂ। ਫਿਰ ਤੁਸੀਂ ਐਡਮਿਟ ਕਰ ਲਓ ਵੀ ਇਹ ਰੱਦ ਹੋ ਰਹੇ ਆ, ਅਸੀਂ ਰੱਦ ਕਰਤੇ। ਸੋ ਇਸ ਕਰਕੇ ਐਵੇਂ ਮਤਲਬ ਕਿ ਸਾਰੇ ਹੀ ਉਹਨਾਂ ਦੀ ਪੰਜਾਬ ਦੀ ਜਿੰਨੀ ਇਕਾਈ ਹੈਗੀ ਹੈ, ਹਰ ਰੋਜ਼ ਉਹਨਾਂ ਦਾ ਕੋਈ ਨਾ ਕੋਈ ਬਿਆਨ ਆ ਜਾਂਦਾ ਹੈਗਾ ਕਿ ਇਹ ਰੱਦ ਨਹੀਂ ਕੀਤੇ ਜਾਣਗੇ, ਇਹਨਾਂ 'ਚ ਸੋਧ ਕੀਤੀ ਜਾਊਗੀ। ਸੋਧ ਸਾਡੇ ਕਿਸਾਨਾਂ ਨੂੰ ਮਨਜ਼ੂਰ ਨਹੀਂ ਗੀ। ਜੇ ਮੁੱਢੋਂ ਰੱਦ ਹੋਣਗੇ ਤਾਂ ਕਿਸਾਨ ਇੱਥੋਂ ਵਾਪਸ ਜਾਣਗੇ, ਨਹੀਂ ਜਿੰਨਾ ਚਿਰ ਇਹ ਸੰਘਰਸ਼ ਚੱਲੂਗਾ, ਜਿੰਨਾ ਲੰਮਾ ਚੱਲੂਗਾ, ਇਹ ਲੜਨ ਦੇ ਲਈ ਤਿਆਰ ਬੈਠੇ ਆ। ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਇਕਮੁੱਠ ਹੋ ਕੇ ਸੰਘਰਸ਼ ਲੜਨ ਦੇ ਲਈ ਤਿਆਰ ਬੈਠੀ ਜੀ। ਪੰਜਾਬ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਵੱਲੋਂ 26-27 ਦੀ, ਜਾਂ ਕਹਿ ਦਈਏ ਕਿ ਸਾਰੀ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 26-27 ਦੀ ਕਾਲ ਕੀਤੀ ਗਈ ਸੀ ਇੱਥੇ ਦਿੱਲੀ ਜੰਤਰ ਮੰਤਰ ਤੇ। ਕੀ ਲੱਗਦਾ ਕਿ ਪਹਿਲਾਂ ਹਰਿਆਣੇ ਨੇ ਰੋਕ ਕੇ ਖੱਟੜ ਸਰਕਾਰ ਨੇ ਉੱਥੇ ਕਿਸਾਨਾਂ ਦੇ ਨਾਲ ਬਦਸਲੂਕੀ ਕੀਤੀ, ਕਹਿ ਦਈਏ ਕਿ ਧੱਕੇ ਮੁੱਕੀ ਕੀਤੀ, ਜਾਂ ਫਿਰ ਇਹ ਜਿਹੜਾ ਉਹਨਾਂ ਨੇ ਆਪਦੇ ਪੈਰੀ ਆਪ ਕੁਹਾੜਾ ਮਾਰਿਆ? ਲੱਗਦਾ ਸੀ ਕਿ ਜੇ ਜੰਤਰ ਮੰਤਰ ਤੇ ਜਾਂਦੇ ਤਾਂ 26-27 ਦਾ ਹੀ ਧਰਨਾ ਲੱਗਣਾ ਸੀ। ਹੋ ਸਕਦਾ ਕਿਸਾਨ ਵਾਪਸ ਚਲੇ ਜਾਂਦੇ ਆਪਦਾ ਪ੍ਰੋਟੈਸਟ ਕਰਕੇ। ਲੱਗਦੇ ਵੀ ਆਪਦੇ ਪੈਰੀ ਆਪ ਕੁਹਾੜਾ ਦੇਖੋ ਕਈ ਵਾਰੀ ਨਾ ਜਦੋਂ ਤੁਸੀਂ ਕੋਈ ਪ੍ਰੋਟੈਸਟ ਕਰਦੇ ਆ, ਜਿਹੜਾ ਪ੍ਰੋਟੈਸਟ ਦਾ ਕਿਤੇ ਇਫੈਕਟ ਨਾ ਪਵੇ ਤਾਂ ਉਹ ਦਿਸ਼ਾਹੀਨ ਹੋ ਜਾਂਦਾ ਹੈ। ਸੋ ਪਹਿਲੇ ਦਿਨ ਤੋਂ ਇਹ ਦਿਸ਼ਾਹੀਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਉਸ ਤੋਂ ਬਾਅਦ ਵੀ ਇਹ ਤਾਂ ਬਰਾੜੀ ਕਹਿ ਰਹੇ ਸੀ ਵੀ ਬਰਾੜੀ ਪਹੁੰਚ ਜਾਓ, ਬਰਾੜੀ ਆਪਦਾ ਬੈਠ ਜਾਓ। ਅੱਜ ਜੇ ਬਰਾੜੀ ਬੈਠੇ ਹੁੰਦੇ ਤਾਂ ਕੋਈ ਫਰਕ ਨਹੀਂ ਸੀ ਪੈਣਾ। ਉਹ ਬਰਾੜੀ ਦੇ ਵਿੱਚ 3 ਲੱਖ ਬੰਦਾ ਬੈਠਾ ਰਹਿੰਦਾ, ਪਾਸੇ ਬੈਠਾ ਰਹਿਣਾ ਸੀ। ਆਹ ਜਿਹੜਾ ਨੈਸ਼ਨਲ ਹਾਈਵੇ ਆ ਜਿੱਥੇ ਆਪਾਂ ਬੈਠੇ ਆ ਸਿੰਘੂ ਬਾਰਡਰ ਤੇ, ਇਹ ਹਿੰਦੁਸਤਾਨ ਦਾ ਗਾਲ ਹੈ। ਔਰ ਜਿਹੜੀ ਇਹ ਸੜਕ ਲੰਘਦੀ ਹੈ ਹਿੰਦੁਸਤਾਨ ਦੀ ਸਾਹ ਵਾਲੀ ਨਾਲੀ ਹੈ। ਅੱਜ ਜੇ ਸਾਹ ਵਾਲੀ ਨਾਲੀ ਨੱਪੀ ਹੈ ਤਾਂ ਇਹ ਜਿਹੜੀ ਦਿੱਲੀ ਦੀ ਚੀਕ ਪਈ ਹੈ। ਨਹੀਂ, ਇਹਨਾਂ ਨੇ ਕਿਸੇ ਗੱਲ ਤੇ ਨਹੀਂ ਸੀ ਆਉਣਾ ਵੀ ਤੁਹਾਡੇ ਅਸੀਂ ਬਿੱਲਾਂ ਨੂੰ ਵਾਪਸ ਕਰ ਦਿੰਦੇ ਆ, ਤੁਸੀਂ ਬਰਾੜੀ ਬੈਠ ਜਾਓ, ਤੁਸੀਂ ਜੰਤਰ ਮੰਤਰ ਬੈਠ ਜਾਓ। ਸੋ ਜੋ ਪ੍ਰਮਾਤਮਾ ਕਰਦਾ ਉਹ ਬਹੁਤ ਵਧੀਆ ਕਰਦਾ। ਅੱਜ ਜੇ ਇੱਥੇ ਬੈਠੇ ਆ ਤਾਂ ਇਹ ਚਿੱਠੀਆਂ ਆ ਰਹੀਆਂ ਕੇਂਦਰ ਦੀਆਂ, ਨਹੀਂ ਕਿਸੇ ਨੇ ਨਹੀਂ ਸੀ ਪੁੱਛਣਾ। ਔਰ ਕਿਸਾਨਾਂ ਵੀਰਾਂ ਨੇ ਉੱਥੇ ਬੈਠ ਕੇ ਠੰਡ ਦੇ ਵਿੱਚ ਉਹਨਾਂ ਨੂੰ ਆਪਦਾ ਜਿਹੜਾ ਹੈਗਾ ਸੰਘਰਸ਼ ਇਹਨਾਂ ਦਾ ਡੀਰੇਲ ਹੋ ਜਾਣਾ ਸੀ। ਜੀ ਇੱਕ ਅਸੀਂ ਦੇਖਿਆ ਕਿ ਪਿੱਛੇ ਰਾਤ ਕਾਫੀ ਦੇਰ ਤੋਂ ਆਏ, ਅਸੀਂ ਵੀ ਦਿੱਲੀ ਪਹੁੰਚੇ ਹਾਂ,
ਕਿ ਆਪਣੇ ਜਿਹੜਾ ਪੰਜਾਬ ਤੋਂ ਜਾਂ ਪੰਜਾਬ ਤੇ ਬਾਹਰੋਂ ਵੀ ਟਰਾਲੀਆਂ ਜਿਹੜੀਆਂ ਨੌਜਵਾਨਾਂ ਦੀਆਂ ਕਿਸਾਨਾਂ ਦੀਆਂ ਆ ਰਹੀਆਂ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਕਿਉਂਕਿ ਪਹਿਲਾਂ ਹੀ ਸਾਨੂੰ ਤਾਂ ਸਰਕਾਰਾਂ ਜਿਹੜੀਆਂ ਅੱਤਵਾਦੀ ਕਹਿ ਰਹੇ ਨੇ ਤੇ ਹੁੱਲੜਬਾਜ਼ ਕਹਿ ਰਹੇ ਨੇ, ਉਹ ਦੋ ਬਰਾਬਰ ਟਰਾਲੀਆਂ ਲਾ ਕੇ ਨਾਲ ਚੱਲਦੇ ਨੇ। ਕੀ ਸੁਨੇਹਾ ਦੋਗੇ ਮੈਸੇਜ ਵੀ ਸਾਡੇ ਜਿਹੜਾ ਇਸ ਜਿਹੜਾ ਕਿਸਾਨੀ ਅੰਦੋਲਨ ਨੂੰ ਵੀ ਹੋਰ ਨਿਗਾਹ ਨਾਲ ਨਾ ਦੇਖਿਆ ਜਾਵੇ? ਕੀ ਕਹਿਣਾ ਚਾਹੋਗੇ ਨੌਜਵਾਨ? ਦੇਖੋ, ਦੋ ਗੱਲਾਂ ਨੇ ਇਹਦੇ 'ਚ, ਤੁਸੀਂ ਦੋਨੇ ਗੱਲਾਂ ਮਿਕਸ ਕੀਤੀਆਂ। ਜਿਹੜੇ ਪੰਜਾਬ ਦੇ ਨੌਜਵਾਨ ਆਪੇ ਨੇ ਟਰਾਲੀਆਂ ਲੈ ਕੇ ਆਉਂਦੇ ਆ ਜੇ, ਜਾਂ ਮਤਲਬ ਕਿ ਓਵਰ ਸਪੀਡ ਚੱਲਦੇ ਆ ਜਾਂ ਓਵਰਲੋਡਡ ਚੱਲਦੇ ਆ, ਉਹਨਾਂ ਨੂੰ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਬੇਨਤੀ ਕਰਨੀ ਚਾਹੁੰਦਾ ਕਿ ਇੱਕ ਤਾਂ ਸਮਾਂ ਦੇਖ ਕੇ ਉਧਰੋਂ ਚੱਲਿਆ ਜਾਵੇ, ਤੇ ਜਦੋਂ ਇੱਧਰੋਂ ਵਾਪਸੀ ਕਰਨੀ ਹੈ, ਜਦੋਂ ਇਹ ਚੇਂਜ ਕਰਦੇ ਆ ਆਪਦੇ ਬੰਦਿਆਂ ਨੂੰ ਜਾਂ ਆਪਦੇ ਭਰਾਵਾਂ ਦੇ ਨਾਲ ਉਧਰੋਂ ਇੱਧਰ ਨੂੰ ਆਉਂਦੇ ਆ, ਉਹ ਵੀ ਸਮਾਂ ਵੇਖਿਆ ਜਾਵੇ। ਇੱਕ ਤਾਂ ਧੁੰਦਾਂ ਦਾ ਮੌਸਮ ਹੈ, ਠੰਡ ਬਹੁਤ ਹੈ, ਔਰ ਦੂਜੀ ਗੱਲ ਹੈਗੀ ਹੈ ਕਿ ਡਰਾਈਵਿੰਗ ਕਰਦੇ ਸਮੇਂ ਮਤਲਬ ਕਿ ਕੋਈ ਇੱਕ ਦੂਜੇ ਨਾਲ ਜਦਬਾਜੀ ਨਹੀਂ ਕਰਨੀ ਚਾਹੀਦੀ ਗੀ। ਜਵਾਨੀ ਹੁੰਦੀ ਆ, ਕੋਈ ਏਡੀ ਗੱਲ ਨਹੀਂ। ਆਪਾਂ ਵੀ ਸਕੂਟਰ ਮੋਟਰਸਾਈਕਲ ਉਸੇ ਤਰੀਕੇ ਭਜਾਉਂਦੇ ਰਹੇ ਅੱਜ ਤੋਂ 10 ਸਾਲ 15 ਸਾਲ ਪਹਿਲਾਂ, ਸੋ ਏਡੀ ਕੋਈ ਗੱਲ ਨਹੀਂ ਹੁੰਦੀ ਗੀ। ਪਰ ਕਿਤੇ ਨਾ ਕਿਤੇ ਜਿਹੜੀ ਮੈਂ ਗੱਲ ਕੀਤੀ ਹੈ ਕਿ ਜੇ ਬਜ਼ੁਰਗ ਨਾਲ ਹੈਗੇ ਆ, ਤੇ ਜਿੱਥੇ ਉਹਨਾਂ 'ਚ ਨੌਜਵਾਨਾਂ 'ਚ ਜਵਾਨੀ ਦਾ ਜੋਸ਼ ਆ, ਤਾਂ ਬਜ਼ੁਰਗਾਂ 'ਚ ਹੋਸ਼ ਹੈਗੀ ਆ। ਸੋ ਬਜ਼ੁਰਗ ਉਹਨਾਂ ਦੇ ਨਾਲ ਹੁੰਦੇ ਆ, ਕੋਈ ਗੱਲ ਨਹੀਂ, ਕਿਤੇ ਨਾ ਕਿਤੇ ਬਾਈ ਚਾਂਸ ਇਹੋ ਜਿਹੀ ਚੀਜ਼ ਵੇਖਣ ਨੂੰ ਮਿਲ ਜਾਂਦੀ ਹੈ। ਪਰ ਦੂਜੇ ਪਾਸੇ ਜਿੱਥੇ ਤੁਸੀਂ ਗੱਲ ਕੀਤੀ ਹੈ ਖਾਲਿਸਤਾਨੀ ਜਾਂ ਕੋਈ ਇਸ ਤਰ੍ਹਾਂ ਦੀ, ਕੋਈ ਵੀ ਇਸ ਤਰ੍ਹਾਂ ਦੀ ਇੱਥੇ ਨਾ ਕੋਈ ਗੱਲ, ਇਹ ਸਿਰਫ ਆਪਦਾ ਹੱਕ ਮੰਗਣ ਆਏ ਆ। ਅਸੀਂ ਹਿੰਦੁਸਤਾਨ ਦੇ ਵਸਨੀਕ ਆ, ਇੱਥੇ ਹੀ ਰਹਿੰਦੇ ਆ। ਪੰਜਾਬ ਨੂੰ ਜਿਹੜਾ ਅੱਜ ਹੈਗਾ ਕੇਂਦਰ ਦੀ ਸਰਕਾਰ ਵੱਖ ਕਰ ਰਹੀ ਹੈ। ਜਿਹੜਾ ਤੁਸੀਂ ਅੱਜ ਇੱਥੋਂ 1.5 ਕਿਲੋਮੀਟਰ ਅੱਗੇ ਬਾਰਡਰ ਦੇਖੋਗੇ, ਉੱਥੇ ਜਿਹੜੀ ਕੰਡਿਆਲੀ ਤਾਰ ਵਰਤੀ ਗਈ ਆ ਕਿਸਾਨਾਂ ਨੂੰ ਰੋਕਣ ਦੇ ਲਈ, ਉਹ ਕੰਡਿਆਲੀ ਤਾਰ 1-2 ਇੰਟਰਨੈਸ਼ਨਲ ਬਾਰਡਰਸ ਤੇ ਵਰਤੀ ਜਾਂਦੀ ਹੈ ਜਿੱਥੇ ਦੋ ਦੇਸ਼ਾਂ ਦੀ ਵੰਡ ਹੁੰਦੀ ਹੈ। ਪਰ ਇਹ ਪੰਜਾਬ ਨੂੰ ਆਪ ਆਈਸੋਲੇਟ ਕਰਨਾ ਚਾਹੁੰਦੇ, ਪੰਜਾਬ ਨੂੰ ਆਪ ਅਲੱਗ ਦਿਖਾਉਣਾ ਚਾਹੁੰਦੇ ਆ ਕੇਂਦਰ ਵਾਲੇ। ਸੋ ਇਸ ਕਰਕੇ ਇਹਨਾਂ ਦੀ ਨੀਅਤ ਦੇ ਵਿੱਚ ਇਹਨਾਂ ਦੀ ਖੋਟ ਹੈ। ਪੰਜਾਬ ਦੀ ਜਵਾਨੀ ਤੇ ਕਿਸਾਨੀ ਸਿਰਫ ਆਪਦੇ ਹੱਕਾਂ ਦੇ ਲਈ ਲੜ ਰਹੀ ਹੈ, ਇਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ। ਕੱਲ੍ਹ ਦੀ ਜਿਹੜੀ ਮੀਟਿੰਗ ਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿ ਲੱਗਦਾ ਕੋਈ ਹੱਲ ਹੋਊਗਾ ਜਾਂ ਕੋਈ ਸਿੱਟਾ ਨਿਕਲੂਗਾ ਜਾਂਦੇ ਜਾਂਦੇ? ਤੁਸੀਂ ਕਿਉਂਕਿ ਸੁਲਝੇ ਹੋਏ ਕਾਫੀ ਸਮਝਦਾਰ ਹੋ ਤੁਸੀਂ ਵੀ, ਕੀ ਕਹਿਣਾ ਚਾਹੋਗੇ ਇਸ ਮੀਟਿੰਗ ਦੇ ਬਾਰੇ? ਦੇਖੋ, ਡਾਇਲੋਗ ਤਾਂ ਡੈਡਲੌਕ ਨਹੀਂ ਹੋਣਾ ਚਾਹੀਦਾ, ਡਾਇਲੋਗ ਚੱਲਦਾ ਰਹਿਣਾ ਚਾਹੀਦਾ। ਪਰ ਗੱਲ ਇਹ ਆ ਵੀ ਜਿਹੜੀ ਚੀਜ਼ ਅਸੀਂ ਮੰਗਦੇ ਹਾਂ ਉਹ ਸਾਨੂੰ ਦਿੱਤੀ ਨਹੀਂ ਜਾ ਰਹੀ, ਜਿਹੜੀ ਅਸੀਂ ਮੰਗ ਨਹੀਂ ਰਹੇ ਉਹ ਧੱਕੇ ਨਾਲ ਦਿੱਤੀ ਜਾ ਰਹੀ ਹੈ ਵੀ ਤੁਸੀਂ ਆਹ ਕਾਨੂੰਨ ਪਸੰਦ ਆਉਣਗੇ, ਤੁਸੀਂ 1 ਸਾਲ ਚਲਾ ਕੇ ਦੇਖ ਲਓ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕੋਈ ਸਿੱਟਾ ਇਹਦਾ ਨਿਕਲਣਾ ਹੈਗਾ। ਸਾਰੇ ਹਿੰਦੁਸਤਾਨ ਦੀ ਹੁਣੇ ਮੰਗ ਉੱਠ ਖੜੀ ਹੈ ਕਿ ਜਿਹੜੇ ਕਾਨੂੰਨ ਆ ਇਹ ਰੱਦ ਹੋਣੇ ਚਾਹੀਦੇ ਆ। ਸਭ ਤੋਂ ਵੱਡੀ ਗੱਲ ਇਹਦੇ 'ਚ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈ, ਅੱਜ ਦੀ ਡੇਟ ਦੇ ਵਿੱਚ ਸਿੱਧੀ ਕਿਸਾਨੀ ਨੂੰ ਸੱਟ ਵੱਜ ਰਹੀ ਹੈ ਜਿਹੜੇ ਇਹ ਕਾਨੂੰਨ ਆਪਾਂ ਪੜ੍ਹ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ। ਪਰ ਲੇਟਰ ਔਨ ਇਹ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਆ ਉਹ ਇੰਨਾ ਕੁ ਮਾੜਾ ਜਿਹਦੇ ਨਾਲ ਜਮਾਖੋਰੀ ਜਦੋਂ ਵੱਧ ਗਈ। ਅੱਜ ਜਿਹੜੀ ਤੁਸੀਂ 30 ਰੁਪਏ ਕਣਕ ਆਪਣਾ ਆਟਾ ਲੈਣੇ ਹੈਗੇ 85 90 ਰੁਪਏ ਆਪਦੇ ਹਿਸਾਬ ਨਾਲ ਵਿਕੂਗਾ। ਪਹਿਲਾਂ ਹੀ ਕਿਸਾਨ ਤਾਂ ਮਰਿਆ ਪਿਆ। ਜੇ ਤੁਸੀਂ ਵੇਖੋ 7 ਰੁਪਏ ਕਿਲੋ ਜਿਹੜੀ ਮੱਕੀ ਵੇਚਦੇ ਆ ਤੇ ਰਿਲਾਇੰਸ ਦੇ ਸਟੋਰ ਤੇ 150 ਰੁਪਏ ਦਾ ਆਟਾ ਲੈਣੇ ਆਪਾਂ ਕਿਲੋ ਦਾ, ਠੀਕ ਹੈ ਨਾ। ਸੋ ਇਸ ਕਰਕੇ ਗਾਜਰਾਂ ਜਿਹੜੇ ਭਾਅ ਵੇਚਦੇ ਆ ਤੇ ਮੁੜ ਕੇ ਵੇਖ ਲਓ ਮੁਰੱਬਾ ਕਿਹੜੇ ਭਾਅ ਮਿਲਦਾ। ਔਰ ਛੋਟੀ ਜੀ ਗੱਲ ਆ, ਇੱਥੇ ਹੁਣ ਤੁਸੀਂ ਦੇਖਦੇ ਆ ਜਿਹੜੇ ਉਹ ਕੱਪ ਹੈ ਜਿਨ੍ਹਾਂ 'ਚ ਚਾਹ ਦਿੱਤੀ ਜਾਂਦੀ ਹੈ, ਏਅਰਪੋਰਟ ਤੇ ਉਹੀ ਕੱਪ ਤੁਸੀਂ ਦੇਖੋ ਵੀ 50-55 ਰੁਪਏ ਦਾ, ਤੇ ਉਹ ਕੱਪ ਦੇ ਵਿੱਚ ਇਹੀ ਆਪਣੀ ਲੜਾਈ ਹੈ। ਜੇ ਇੱਥੇ ਪਿੱਛੇ ਤੁਸੀਂ ਦੇਖੋ ਪੀਜ਼ਿਆਂ ਦਾ ਲੰਗਰ ਲਾਇਆ, ਲੱਗਿਆ ਨਾ, ਤੇ ਪੀਜ਼ਿਆਂ ਦੇ ਲੰਗਰ ਦੇ ਵਿੱਚ ਉਹ ਪੀਜ਼ੇ ਵਾਲਿਆਂ ਦੀ ਜਿਹੜੀ ਕਾਸਟ ਪੈਂਦੀ ਹੈ ਇੱਕ ਪੀਜ਼ਾ ਬਣਾਉਣ ਤੇ ਸਾਰੀ 15 ਰੁਪਏ ਪੈਂਦੀ ਹੈ, ਤੇ ਡੋਮੀਨੋਜ਼ ਵਾਲੇ ਤੇ ਆ ਜਿਹੜੇ ਦੂਜੇ ਪੀਜ਼ਾ ਹੱਟ ਵਾਲੇ ਬੱਚੇ ਆਰਡਰ ਕਰਦੇ 300 ਦਾ 500 ਦਾ ਪੀਜ਼ਾ। ਇਹੀ ਲੜਾਈ ਹੈ ਵੀ ਕਣਕ ਸਾਡੀ, ਸਾਰਾ ਕੁਝ ਸਾਡਾ, ਤੇ ਉਹੀ ਚੀਜ਼ ਜਿਹੜੀ ਸਾਡੇ ਤੋਂ ਖਰੀਦਣੀ ਹੈ ਉਹ ਤੁਸੀਂ ਖਰੀਦਣੀ ਹੈ 7 ਰੁਪਏ ਕਿਲੋ ਮੱਕੀ, ਤੇ ਜਦੋਂ ਤੁਸੀਂ ਆਟਾ ਲੈਣਾ ਹੈਗਾ ਉਹਦਾ ਤੁਹਾਡੇ ਸਟੋਰ 'ਚ ਜਾ ਕੇ ਉਹ ਸਾਨੂੰ 150 ਰੁਪਏ ਕਿਲੋ ਮਿਲਦਾ। ਇਹੀ ਲੜਾਈ ਹੈ, ਮੁੱਢ ਇਹੀ ਹੈ। ਸੋ ਇਸ ਕਰਕੇ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ 'ਚ ਜਿਹੜੀ ਆਮ ਬੰਦੇ ਤੇ ਸੱਟ ਵੱਜਣੀ ਹੈ ਉਹ ਐਸੈਂਸ਼ੀਅਲ ਕਮੋਡਿਟੀ ਐਕਟ ਨੇ ਮਾਰਨੀ ਜੀ। ਸੋ ਦਰਸ਼ਕੋ, ਇਹ ਸਾਂਝੀ ਸੱਥ ਦੇ ਜੋ ਚਲਾ ਰਹੇ ਨੇ ਮੈਂਬਰ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਇਹ ਸੱਥ ਨੂੰ ਚਲਾ ਰਹੇ ਨੇ, ਕਿਸ ਤਰ੍ਹਾਂ ਕਿਸਾਨਾਂ ਨੂੰ ਜਿਹੜਾ ਇੱਥੇ ਗਿਆਨ ਵੰਡਿਆ ਜਾ ਰਿਹਾ ਤਾਂ ਜੋ ਉਹ ਸੰਘਰਸ਼ ਦੇ ਵਿੱਚ ਹੋਰ ਜ਼ਿਆਦਾ ਕੁੱਦ ਸਕਣ ਜੀ।